ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਆਖੈ ਈਸਰ ਆਖੈ ਸਿੱਧ। ਈਸ਼ਰ ਸ਼ਿਵ ਜੀ ਨੂੰ ਵੀ ਆਖਦੇ ਹਨ ਕਿ ਸਾਡੇ ਤੋਂ ਉੱਪਰ ਹੈ ਉਹ ਸ਼ਕਤੀ, ਪਰ ਉਸਦੇ ਚੇਲੇ ਇਸ ਗੱਲ ਨੂੰ ਨਹੀਂ ਮੰਨਦੇ, ਕਿਉਂਕਿ ਚੇਲਿਆਂ ਨੂੰ ਸੇਵਕਾਂ ਨੂੰ ਬੋਲਣ ਵਾਲਾ ਦਿਸਦਾ ਹੁੰਦਾ, ਬੁਲਾਉਣ ਵਾਲਾ ਨਹੀਂ। ਇਹਨਾਂ ਦੇ ਪਰਥਾਏ ਹੀ ਗੁਰਬਾਣੀ ਇਹ ਆਖਦੀ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਿਉਂਕਿ ਮਾਇਆ ਧਾਰੀ ਦੀ ਦ੍ਰਿਸ਼ਟੀ ਸਰੀਰ ਤੋਂ ਅੱਗੇ ਨਹੀਂ ਜਾਂਦੀ, ਤਾਂ ਹੀ ਉਹ ਸਰੀਰ ਦੇ ਨਾਲ ਜੁੜ ਜਾਂਦਾ। ਅਸਲ ਵਿੱਚ ਈਸ਼ਰ ਸ਼ਬਦ ਹੈ ਜਿਹੜਾ, ਇਹ ਬੜਾ ਸ੍ਰੇਸ਼ਟ ਹੈ। ਇਹ ਸਾਡਾ ਆਪਣਾ ਹੀ ਮੂਲ ਹੈ। ਇਹ ਉਦੋਂ ਬੋਲਦਾ ਜਦੋਂ ਇਸ ਨੂੰ ਪਰਮੇਸ਼ਰ ਬੁਲਾਉਂਦਾ, ਤੇ ਫਰਕ ਸਿਰਫ ਸਾਡੇ ਮਨ ਦੇ ਅੰਦਰ ਹੈ। ਕਿਉਂਕਿ ਮਨ ਮਾਇਆ ਨੂੰ ਵੇਖ ਕੇ ਬੋਲਦਾ, ਤੇ ਜਿਹੜਾ ਈਸ਼ਰ ਹੈ ਉਹ ਪਰਮੇਸ਼ਰ ਨੂੰ ਵੇਖ ਕੇ ਬੋਲਦਾ। ਈਸ਼ਰ ਦੀ ਜਿਹੜੀ ਬੋਲੀ ਹੈ ਉਹ ਬੜੀ ਸ਼ੁੱਧ ਹੈ, ਉਹਦੇ ਅੰਦਰ ਪ੍ਰੇਮ ਹੈ। ਤੇ ਮਨ ਦੀ ਜਿਹੜੀ ਬੋਲੀ ਹੈ ਉਹਦੇ ਅੰਦਰ ਮੈਲ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਇਹ ਗੱਲ ਆਖੀ ਹੈ ਕਿ ਬੋਲੀ ਹੈ ਸੱਚ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਇਹ ਮਨ ਨੂੰ ਆਖਿਆ ਗਿਆ ਹੈ। ਜੋ ਮਨ ਨਾਲ ਜੁੜ ਕੇ ਬੋਲਦਾ ਹੈ ਉਹ ਝੂਠ ਬੋਲਦਾ ਹੈ, ਜੋ ਆਪਣੇ ਮੂਲ ਨਾਲ ਜੁੜ ਕੇ ਬੋਲਦਾ ਹੈ ਉਹ ਸੱਚ ਬੋਲਦਾ ਹੈ। ਬੜੀ ਔਖੀ ਗੱਲ ਹੈ। ਜਦੋਂ ਅਸੀਂ ਆਪਣੇ ਮੂਲ ਦੇ ਨਾਲ ਜੁੜਾਂਗੇ, ਫਿਰ ਸਾਡੇ ਕੋਲ ਜਿਹੜਾ ਨਿਰਾਕਾਰੀ ਸੱਚ ਹੈ, ਅਸਲੀਅਤ ਹੈ, ਉਹ ਸਾਡੇ ਸਾਹਮਣੇ ਹੋਵੇਗੀ। ਫਿਰ ਅਸੀਂ ਜੋਤ ਦਾ ਦਰਸ਼ਨ ਕਰਾਂਗੇ, ਸਾਨੂੰ ਜੋਤ ਦੀ ਸੋਝੀ ਹੋਵੇਗੀ, ਆਤਮਿਕ ਪੱਧਰ 'ਤੇ ਜੀਵਨ ਹੋਵੇਗਾ। ਪਰ ਜਿੰਨਾ ਚਿਰ ਅਸੀਂ ਆਪਣੇ ਮੂਲ ਨਾਲ ਨਹੀਂ ਜੁੜਦੇ, ਅਸੀਂ ਆਪਣੇ ਮੂਲ ਨੂੰ ਨਹੀਂ ਪਛਾਣਦੇ, ਆਪਣੇ ਮਨ ਨਾਲ ਜੁੜ ਕੇ ਰਹਿੰਦੇ ਹਾਂ, ਉਨਾ ਚਿਰ ਸਾਡੇ ਅੰਦਰ ਅਗਿਆਨਤਾ ਹੈ, ਭਰਮ ਹੈ। ਭਰਮ ਦੇ ਵਿੱਚ ਪੈ ਕੇ ਫਿਰ ਅਸੀਂ ਜੋ ਬਾਹਰ ਸਾਨੂੰ ਸਰੀਰ ਦੀਂਦਾ, ਜਿਸ ਨੂੰ ਗੁਰਬਾਣੀ ਕੱਪੜਾ ਆਖਦੀ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਫਿਰ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਉਸ ਬਾਹਰਲੇ ਸਰੀਰ ਵਾ ਕੱਪੜੇ ਨਾਲ ਜੁੜ ਜਾਣਾ ਹੀ ਸਾਡਾ ਇਸ ਭਵ ਸਾਗਰ ਵਿੱਚ ਰਹਿਣ ਦਾ ਸਦਾ ਹੀ ਸਮਾਂ ਬਣਿਆ ਰਹਿੰਦਾ ਹੈ। ਜਿਵੇਂ ਅੱਜ ਸਾਡੇ ਵੀ ਸਿੱਖ ਮਤ ਦੇ ਅੰਦਰ ਇਹ ਗੱਲ ਬਹੁਤ ਘਰ ਘਰ ਚੁੱਕੀ ਹੈ ਕਿ ਜਿਨ੍ਹਾਂ ਪੁਰਖਾਂ ਨੇ ਸਾਨੂੰ ਗੁਰਬਾਣੀ ਲਿਖ ਕੇ ਦਿੱਤੀ, ਜੋ ਕੁਛ ਉਹਨਾਂ ਨੇ ਆਪਣੀ ਗੁਰਬਾਣੀ ਦੇ ਅੰਦਰ ਸਾਨੂੰ ਲਿਖ ਕੇ ਦਿੱਤਾ, ਆਪਣੇ ਬਾਰੇ ਲਿਖਿਆ ਉਹਨਾਂ ਨੇ, ਅਸੀਂ ਉਸ ਨੂੰ ਵਿਸਾਰ ਦਿੱਤਾ। ਅਸੀਂ ਉਹਦੇ ਵਿੱਚ ਆਪਣਾ ਜਿਹੜਾ ਮਨ ਹੈ ਉਹ ਜੋੜ ਲਿਆ, ਜਦ ਕਿ ਅਸੀਂ ਗੁਰਬਾਣੀ ਦੇ ਅੰਦਰ ਆਪਣਾ ਮਨ ਨਹੀਂ ਜੋੜ ਸਕਦੇ। ਪਰ ਅਸੀਂ ਜਦੋਂ ਗੁਰਬਾਣੀ ਨੂੰ ਅਰਥਾਉਣ ਲੱਗ ਗਏ, ਉਹਦੇ ਵਿੱਚ ਸਾਡੀ ਆਪਣੀ ਇੱਛਾ ਵੀ ਆ ਗਈ। ਜਦ ਕਿ ਗੁਰਬਾਣੀ ਦੇ ਅੰਦਰ ਫਰਮਾਨ ਹੈ ਕਿ ਗੁਰ ਕਿਹਾ ਸਾਕਾਰ ਕਮਾਓ, ਵੀ ਜਿਹੜਾ ਕੁਛ ਅਸੀਂ ਤੁਹਾਨੂੰ ਕਿਹਾ ਉਹੀ ਕੁਛ ਕਰਿਓ। ਗੁਰ ਕੀ ਮੱਤ ਤੂੰ ਲੇਹੇ ਇਆਨੇ, ਤੁਸੀਂ ਗੁਰ ਦੀ ਮੱਤ ਨਾ ਚੱਲਿਓ, ਆਪਣੀ ਮੱਤ ਵਿੱਚ ਨਾ ਵਰਤਿਓ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਇਹ ਗੱਲ ਮੰਨ ਕੇ ਚੱਲੇ। ਜਿਨ੍ਹਾਂ ਨੇ ਤਾਂ ਇਸ ਗੱਲ ਨੂੰ ਮੰਨਿਆ, ਉਹਨਾਂ ਨੇ ਸੱਚ ਬੋਲਿਆ। ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ,
ਕੱਲੀ ਸੰਸਾਰੀ ਸ਼ਰਧਾ ਵਾ, ਭਰੋਸਾ ਰੱਖੀ, ਭਾਵਨਾ ਰੱਖੀ, ਉਹਨਾਂ ਨੇ ਅਗਿਆਨਤਾ ਦੇ ਵਸ ਵਿੱਚ ਬੋਲਿਆ। ਜਿਵੇਂ ਅੱਜ ਅਸੀਂ ਵੀ ਗੁਰੂ ਨਾਨਕ ਜੀ ਨੂੰ ਗੁਰੂ ਨਾਨਕ ਕਹਿਣ ਲੱਗ ਗਏ, ਜਦ ਕਿ ਗੁਰੂ ਨਾਨਕ ਜੀ ਤਾਂ ਆਪ ਇਹ ਗੱਲ ਆਖਦੇ ਹਨ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹਨਾਂ ਨੇ ਆਪਣੀ ਗੁਰਬਾਣੀ ਦੇ ਅੰਦਰ ਕਿਤੇ ਵੀ ਇਹ ਸ਼ਬਦ ਆਪਣੇ ਨਾਮ ਨਾਲ ਨਹੀਂ ਵਰਤਿਆ ਕਿ ਅਸੀਂ ਗੁਰੂ ਹਾਂ। ਉਹਨਾਂ ਨੇ ਤਾਂ ਗੁਰੂ ਸ਼ਬਦ ਨੂੰ ਆਖਿਆ। ਤਾਂ ਹੀ ਪਾਤਸ਼ਾਹ ਨੇ ਬਚਨ ਲਿਖਿਆ ਸੀ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਕਿ ਜਦੋਂ ਮਨ ਮਾਇਆ ਨਾਲ ਜੁੜ ਜਾਂਦਾ, ਮਾਇਆ ਨੂੰ ਧਾਰਨ ਕਰ ਲੈਂਦਾ, ਇਹਦੇ ਅੰਦਰ ਦੋ ਚੀਜ਼ਾਂ ਪੱਕੀਆਂ ਹੋ ਜਾਂਦੀਆਂ ਨੇ, ਇਹ ਅੰਨਾ ਵੀ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ। ਸ਼ਬਦ ਨਾ ਸੁਣੀ, ਹੁਣ ਗੁਰਬਾਣੀ ਤਾਂ ਸਾਨੂੰ ਸੁਣਦੀ ਹੈ, ਪਰ ਇੱਥੇ ਪਾਤਸ਼ਾਹ ਕਹਿੰਦੇ ਸ਼ਬਦ ਨਾ ਸੁਣੀ। ਇਹਨੂੰ ਸ਼ਬਦ ਨਹੀਂ ਸੁਣਦਾ, ਭਾਵ ਕਿ ਅਸਲੀਅਤ ਜੋ ਨਿਰਾਕਾਰੀ ਸੱਚ ਹੈ ਉਹ ਨਹੀਂ ਇਹਨੂੰ ਪਤਾ ਲੱਗਦਾ। ਬਹੁਤ ਰੋਲ ਘਚੋਲਾ, ਇਹ ਰੋਲ ਘਚੋਲੇ 'ਚ ਪੈ ਜਾਂਦਾ। ਇਹ ਸੰਸਾਰ ਦੀਆਂ ਜੋ ਧਾਰਮਿਕ ਗੱਲਾਂ ਨੇ ਉਹਨਾਂ ਨਾਲ ਜੁੜ ਕੇ ਰਹਿ ਜਾਂਦਾ। ਜਿਹੜਾ ਨਿਰਾਕਾਰੀ ਧਰਮ ਹੈ, ਸੱਚ ਹੈ, ਉਹ ਨਹੀਂ ਇਹਨੂੰ ਪਤਾ ਲੱਗਦਾ। ਜਿਹੜਾ ਬਿਨਾਂ ਕੰਨਾਂ ਤੋਂ ਸੁਣਨ ਵਾਲਾ ਸੱਚ ਹੈ ਉਹ ਨਹੀਂ ਇਹਦੀ ਪਕੜ 'ਚ ਆਉਂਦਾ। ਜਿਹੜਾ ਬਿਨਾਂ ਅੱਖਾਂ ਤੋਂ ਦੇਖਣ ਵਾਲਾ ਸੱਚ ਹੈ ਉਹ ਨਹੀਂ ਇਹਨੂੰ ਦਿਸਦਾ। ਜਿਹੜਾ ਬਿਨਾਂ ਜੀਭ ਤੋਂ ਬੋਲਿਆ ਜਾਂਦਾ ਇਹਨੂੰ ਉਹ ਸੱਚ ਨਹੀਂ ਪਤਾ ਲੱਗਦਾ। ਜਿਹੜੇ ਸੱਚ ਦੀ ਸੇਵਾ ਬਿਨਾਂ ਹੱਥਾਂ ਤੋਂ ਕੀਤੀ ਜਾਂਦੀ ਹੈ ਉਹ ਇਹਦੇ ਨੇੜੇ ਨਹੀਂ ਆਉਂਦਾ। ਜਿਹੜੇ ਸੱਚ ਵੱਲ ਨੂੰ ਬਿਨਾਂ ਪੈਰਾਂ ਤੋਂ ਚੱਲਿਆ ਜਾਂਦਾ ਹੈ ਉਹ ਇਹਨੂੰ ਨਹੀਂ ਪਤਾ ਲੱਗਦਾ। ਇਸੇ ਕਰਕੇ ਇਹ ਭਰਮ ਜਾਲ ਵਿੱਚ ਫਸ ਜਾਂਦਾ ਹੈ। ਸੋ ਗੁਰੂ ਨਾਨਕ ਜੀ ਨੇ ਤਾਂ ਆਪਣੇ ਆਪ ਨੂੰ ਗੁਰਬਾਣੀ ਦੇ ਅੰਦਰ ਦਾਸਨ ਦਾਸ ਆਖਿਆ, ਦਾਸਾਂ ਦਾ ਵੀ ਦਾਸ ਆਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਬੇਅੰਤ ਦਾਸ ਹੋਏ ਨੇ। ਪਰ ਅਸੀਂ ਆਪਣੀ ਸ਼ਰਧਾ ਭਾਵਨਾ ਦੇ ਵਿੱਚ ਫਸ ਜਾਂਦੇ ਹਾਂ। ਅਸੀਂ ਆਪਣੀ ਸ਼ਰਧਾ ਭਾਵਨਾ ਦੇ ਬਸ ਪੈ ਜਾਂਦੇ ਹਾਂ। ਜਿਹੜਾ ਗੁਰਮੁਖ ਹੈ ਉਹ ਹੁਕਮ ਦੇ ਬਸ ਪੈ ਜਾਂਦਾ ਹੈ। ਤਾਂ ਹੀ ਦਾਸ ਕਹਾਇਆ ਆਪਣੇ ਆਪ ਨੂੰ, ਕਿਉਂਕਿ ਦਾਸ ਕਿਸੇ ਦਾ ਹੁੰਦਾ ਹੈ। ਕਿਸ ਦਾ ਹੁੰਦਾ? ਗੁਰੂ ਦਾ। ਫਿਰ ਵੱਡਾ ਕੌਣ ਹੋਇਆ? ਦਾਸ ਕਿ ਗੁਰੂ? ਸੋ ਗੁਰੂ ਹੀ ਵੱਡਾ ਹੁੰਦਾ ਹੈ। ਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਇਸ ਕਰਕੇ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਵੀ ਇਹੀ ਗੱਲ ਆਖੀ ਸੀ ਕਿ ਜਦੋਂ ਤੁਸੀਂ ਗੁਰਬਾਣੀ ਲਿਖਣੀ ਹੈ ਉਹਦੇ ਵਿੱਚ ਨਾਨਕ ਹੀ ਲਿਖਣਾ। ਔਰ ਨਾਨਕ ਸ਼ਬਦ ਲਿਖਣ ਦੇ ਵਿੱਚ ਵੀ ਬਹੁਤ ਵੱਡਾ ਡੂੰਘਾ ਭੇਦ ਹੈ। ਇਸ ਗੱਲ ਨੂੰ ਖੁਦ ਗੁਰੂ ਅੰਗਦ ਜੀ ਜਾਣਦੇ ਸਨ। ਜਾਣ ਹੀ ਉਹ ਸਕਦਾ ਜਿਸ ਨੂੰ ਉਹ ਸੋਝੀ ਹੋਵੇ, ਦੂਜਾ ਨਹੀਂ ਜਾਣ ਸਕਦਾ। ਜਾਗਤੇ ਕੋ ਜਾਗਤਾ ਮਿਲੀ ਹੈ। ਕਿਉਂਕਿ ਗੁਰੂ ਨਾਨਕ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਇਹਨਾਂ ਨੇ ਨਾਨਕ ਨਾ ਲਿਖਿਆ ਤਾਂ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਮਾਇਆ ਧਾਰੀ ਨੇ, ਉਹਨਾਂ ਨੇ ਇਹ ਸਾਰੀ ਜਿਹੜੀ ਬ੍ਰਹਮ ਦੀ ਗੱਲ ਹੈ ਬਦਲ ਕੇ ਰੱਖ ਦਿੱਤੀ। ਕਿਉਂਕਿ ਪਹਿਲਾਂ ਵੀ ਬਦਲੀ ਹੋ ਗਈ ਸੀ। ਵੇਦਾਂ ਦੇ ਸ਼ਬਦਾਂ ਦੇ ਅਰਥ ਬਦਲ ਦਿੱਤੇ ਸਨ। ਭਗਤਾਂ ਦੀ ਗੁਰਬਾਣੀ ਦੇ ਅਰਥ ਉਹਨਾਂ ਦੇ ਹੁੰਦੇ ਹੀ ਬਦਲ ਦਿੱਤੇ ਸੀ ਪੰਡਤ ਨੇ। ਤਾਂ ਹੀ ਪੰਡਤ ਨੂੰ ਪਾਤਸ਼ਾਹ ਨੇ ਆਖਿਆ ਵੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਇਹਦਾ ਮਤਲਬ ਉਹ ਝੂਠ ਬੋਲਦਾ ਸੀ। ਐਵੇਂ ਤਾਂ ਕਿਸੇ ਨੂੰ ਨਹੀਂ ਕਿ ਆਖਿਆ ਜਾਂਦਾ ਵੀ ਤੂੰ ਝੂਠ ਬੋਲਦਾ। ਉਹਨੇ ਝੂਠ ਬੋਲਿਆ ਤਾਂ ਪਾਤਸ਼ਾਹ ਨੇ ਆਖਿਆ ਵੀ ਤੂੰ ਝੂਠ ਬੋਲਦਾ। ਕਬੀਰ ਸਾਹਿਬ ਜੀ ਨੇ, ਨਾਮਦੇਵ ਜੀ ਨੇ ਜਾਂ ਹੋਰ ਇਤਿਹਾਦ ਭਗਤ ਸਾਹਿਬਾਨਾਂ ਨੇ ਕਿਤੇ ਗੱਲ ਲਿਖੀ ਤਾਂ ਹੈ ਨਹੀਂ। ਤੂੰ ਉਹਨਾਂ ਦਾ ਨਾਮ ਵਰਤ ਕੇ ਗੱਲ ਆਖ ਰਹੇ। ਸੋ ਜਿਵੇਂ ਅੱਜ ਅਸੀਂ ਵੀ ਗੁਰੂ ਨਾਨਕ ਜੀ ਦੇ ਨਾਂ ਹੇਠ ਬਹੁਤ ਗੱਲਾਂ ਐਸੀਆਂ ਪ੍ਰਚਲਿਤ ਕਰ ਦਿੱਤੀਆਂ, ਜਦ ਕਿ ਗੁਰੂ ਨਾਨਕ ਜੀ ਨੇ ਆਪਣੀ ਗੁਰਬਾਣੀ ਦੇ ਅੰਦਰ ਕਿਤੇ ਨਹੀਂ ਉਹ ਗੱਲਾਂ ਆਖੀ, ਪਰ ਪ੍ਰਚਲਿਤ ਨੇ। ਸੋ ਇਸ ਕਰਕੇ ਨਾਨਕ ਸ਼ਬਦ ਲਿਖਣ ਦੀ ਤਹਿਰੀਜ ਦਿੱਤੀ ਕਿ ਕੋਈ ਮੈਨੂੰ ਗੁਰੂ ਨਾ ਮੰਨ ਲਵੇ ਤੇ ਤੈਨੂੰ ਕੋਈ ਸੇਵਕ ਨਾ ਬਣਾ ਦੇਵੇ। ਜਦ ਕਿ ਗੁਰਮਤਿ ਦੇ ਅੰਦਰ, ਪਰਮਾਰਥ ਦੇ ਅੰਦਰ
ਇਹ ਖੇਡ ਨਹੀਂ ਵਰਤਦੀ, ਸਾਰੇ ਇੱਕੋ ਜਿਹੇ ਨੇ। ਗੁਰੂ ਸਿਰਫ ਪਰਮੇਸ਼ਰ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਪਰਮੇਸ਼ਰ ਹੈ ਜਿਹੜਾ ਉਹ ਇਹ ਇੱਕ ਇਕੱਠ ਦਾ ਨਾਮ ਹੈ, ਜਿੱਥੇ ਪੂਰਨ ਜੋਤਾਂ ਸ਼ੁੱਧ ਸਰੂਪ ਵਿੱਚ ਰਹਿੰਦੀਆਂ ਨੇ, ਉਹਨਾਂ ਨੂੰ ਪਰਮੇਸ਼ਰ ਕਹਿੰਦੇ ਆ। ਇੱਕ ਪਾਣੀ ਦੀ ਬੂੰਦ ਹੈ ਤਾਂ ਉਹ ਵੀ ਪਾਣੀ ਦੀ ਬੂੰਦ ਹੀ, ਪਰ ਇੱਕ ਸਮੁੰਦਰ ਵੀ ਪਾਣੀ ਹੋਈ, ਪਰ ਪਾਣੀ ਦੀ ਬੂੰਦ ਸਮੁੰਦਰ ਦਾ ਮੁਕਾਬਲਾ ਨਹੀਂ ਕਰ ਸਕਦੀ, ਪਰ ਉਹ ਪਾਣੀ ਦੀ ਬੂੰਦ ਸਮੁੰਦਰ 'ਚ ਸਮਾ ਜ਼ਰੂਰ ਸਕਦੀ ਹੈ। ਇਸੇ ਕਰਕੇ ਆਖਿਆ ਸੀ ਤੂੰ ਸਮਰੱਥ ਵੱਡਾ। ਸਮੁੰਦਰ ਸਮਰੱਥ ਹੈ, ਗੁਰੂ ਸਮਰੱਥ ਹੈ, ਪਰਮੇਸ਼ਰ ਸਮਰੱਥ ਹੈ। ਮੇਰੀ ਮਤ ਥੋੜੀ ਰਾਮ, ਵੀ ਸਾਡੀ ਤਾਂ ਮਤ ਥੋੜੀ ਹੈ। ਸਾਡੇ ਕੋਲ ਤਾਂ ਇੰਨਾ ਕੁ ਗਿਆਨ ਹੈ, ਜਿੰਨੇ ਕੁ ਥਾਂ ਤੇ ਅਸੀਂ ਵਿਚਰਦੇ ਹਾਂ, ਪਰਮੇਸ਼ਰ ਨੂੰ ਤਾਂ ਸਾਰਾ ਹੀ ਗਿਆਨ ਹੈ। ਪਰ ਇਹ ਵੀ ਤੇਰੀ ਬਹੁਤ ਵੱਡੀ ਮਿਹਰ ਹੈ, ਪਰਮੇਸ਼ਰ ਦਾ ਸ਼ੁਕਰ ਕੀਤਾ ਕਿ ਤੂੰ ਮੈਨੂੰ ਸੋਝੀ ਬਖਸ਼ੀ, ਪਤਾ ਲੱਗਿਆ ਕਿ ਮੈਂ ਕੌਣ। ਸੋ ਇਸ ਕਰਕੇ ਪਾਤਸ਼ਾਹ ਨੇ ਆਖਿਆ ਸੀ ਕਿ ਤੂੰ ਨਾਨਕੀ ਸ਼ਬਦ ਵਰਤਣਾ, ਕਿਉਂਕਿ ਸੰਸਾਰ ਦੇ ਅੰਦਰ ਜਿਹੜੇ ਗੁਰਮਤਿ ਦੇ ਵਿਰੋਧੀ ਹਨ, ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ, ਔਰ ਉਹ ਮੌਕਾ ਭਾਲਦੇ ਹੀ ਰਹਿੰਦੇ ਆ। ਜਿਵੇਂ ਪਾਤਸ਼ਾਹ ਨੇ ਆਖਿਆ ਸੀ, ਕਬੀਰ ਸਾਹਿਬ ਜੀ ਨੇ ਵੀ, ਪਾਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ। ਪੰਡਤ ਨੇ ਬਾਟ ਪਾੜ ਲਈ ਸੀ। ਇਸੇ ਤਰ੍ਹਾਂ ਹੀ ਪਾਤਸ਼ਾਹੀਆਂ ਗੁਰੂ ਨਾਨਕ ਜੀ ਤੋਂ ਬਾਅਦ ਬਥੇਰਿਆਂ ਨੇ ਬਾਟ ਪਾੜੀ। ਸੋ ਅਸਲ ਵਿੱਚ ਗੁਰੂ ਇੱਕੋ ਹੀ ਹੁੰਦਾ, ਉਹ ਹੈ ਪਰਮੇਸ਼ਰ। ਸੇਵਕ ਬਹੁਤ ਹੁੰਦੇ ਨੇ। ਸੇਵਕ ਕੌਣ ਹੈ? 84 ਲੱਖ ਜੂਨੀ। ਗੁਰੂ ਹੈ ਪਰਮੇਸ਼ਰ। ਤੇ ਸੰਸਾਰ ਦੇ ਅੰਦਰ ਜਿਹੜਾ ਵਿਅਕਤੀ ਗੁਰੂ ਕਹਾਉਂਦਾ, ਉਹਨਾਂ ਨੂੰ ਤਾਂ ਗੁਰਬਾਣੀ ਨੇ ਰੱਦ ਕੀਤਾ। ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਹੈ, ਉਹ ਤਾਂ ਗੁਰੂ ਦੀ ਨਿੰਦਿਆ ਕਰਦੇ ਆ। ਜਿਹੜਾ ਸੰਸਾਰ 'ਚ ਵਿਅਕਤੀ ਗੁਰੂ ਕਹਾਉਂਦਾ, ਫਿਰ ਉਹ ਆਪਣੇ ਆਪ ਨੂੰ ਗੁਰੂ ਕਿਵੇਂ ਕਹਾ ਸਕਦੇ? ਪੱਗ ਸਾਹਿਬਾਨਾਂ ਨੇ ਨਿੰਦਿਆ ਕੀਤੀ ਹੈ, ਉਹਨਾਂ ਨੇ ਨਹੀਂ ਕਿਸੇ ਨੂੰ ਵੀ ਗੁਰੂ ਮੰਨਿਆ, ਨਾ ਕਿਸੇ ਪੰਡਤ ਨੂੰ, ਨਾ ਕਿਸੇ ਬ੍ਰਾਹਮਣ ਨੂੰ, ਸਗੋਂ ਉਹਨਾਂ ਨੇ ਵਿਰੋਧ ਕੀਤਾ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਕਹਿੰਦੇ ਜਿਹੜਾ ਭਗਤਾਂ ਕੋਲ ਗੁਰ ਹੈ, ਭਗਤਾਂ ਨੇ ਆਪਣੀ ਅੰਤਰਾਤਮਾ ਨੂੰ ਜਾਣਿਆ, ਆਪਣੇ ਮੂਲ ਨੂੰ ਜਾਣਿਆ। ਕਹਿੰਦੇ ਇਹਨੂੰ ਤਾਂ, ਬ੍ਰਾਹਮਣ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਪਣਾ ਮੂਲ ਵੀ ਕੋਈ ਚੀਜ਼ ਹੁੰਦੀ। ਜਦੋਂ ਇਹੋ ਜਿਹੀਆਂ ਗੱਲਾਂ ਕਬੀਰ ਸਾਹਿਬ ਨੇ ਕਹੀਆਂ ਹੋਣਗੀਆਂ, ਕੀ ਉਹ ਜਿਹੜਾ ਬ੍ਰਾਹਮਣ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਕਬੀਰ ਸਾਹਿਬ ਤੇ ਖੁਸ਼ ਹੋਇਆ ਹੋਵੇਗਾ? ਉਹਨੂੰ ਤਾਂ ਸਗੋਂ ਤਕਲੀਫ ਹੋਈ ਹੋਣੀ ਆ ਵੀ ਇੱਕ ਵਿਅਕਤੀ ਨੇ ਮੈਨੂੰ ਆ ਕੇ ਰੱਦ ਕਰ ਦਿੱਤਾ। ਇਹੀ ਕਾਰਨ ਬਣਿਆ ਕਿ ਜਿਹੜੇ ਹਿੰਦੂ ਸੀ, ਉਹ ਜਿਹੜੇ ਮੁਸਲਮਾਨੀ ਰਾਜੇ ਸੀ, ਉਹਨਾਂ ਦੇ ਨਾਲ ਮਿਲ ਗਏ। ਕਹਾਉਂਦਾ ਗੁਰੂ ਹੈ ਬ੍ਰਾਹਮਣ, ਝੁਕ ਗਿਆ ਰਾਜੇ ਦੇ ਅੱਗੇ। ਗੁਰੂ ਵੀ ਕਦੇ ਕਿਸੇ ਦੇ ਅੱਗੇ ਝੁਕਿਆ? ਗੁਰੂ ਦੇ ਅੱਗੇ ਤਾਂ ਸਾਰੀ ਸ੍ਰਿਸ਼ਟੀ ਝੁਕਦੀ ਹੈ। ਗੁਰੂ ਸਮਰੱਥ ਹੈ, ਪਰਮੇਸ਼ਰ ਹੈ। ਫਿਰ ਉਹਨਾਂ ਨੇ ਝੁਕ ਕੇ ਸੰਸਾਰੀ ਜੋ ਸਰੀਰ ਦਿੰਦਾ ਸੀ, ਇਹਨੂੰ ਤਕਲੀਫ ਦਿੱਤੀ। ਪਰ ਸੰਸਾਰੀ ਸਰੀਰ ਨੂੰ ਤਕਲੀਫ ਦੇਣ ਦੇ ਨਾਲ ਜਿਹੜੀ ਸੱਚਾਈ ਹੈ ਉਹ ਰੱਦ ਨਹੀਂ ਹੋ ਸਕਦੀ। ਸੋ ਕਬੀਰ ਸਾਹਿਬ ਵੀ ਇਹ ਵੀ ਆਖਦੇ ਹਨ ਕਿ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਤੁਹਾਡੀ ਤਾਂ ਜਿਹੜੀ ਮੱਤ ਹੈ ਉਹਨੂੰ ਮੂਲ ਤੋਂ ਹੀ ਖਤਮ ਕਰ ਦੇਣਾ ਚਾਹੀਦਾ। ਤੁਸੀਂ ਕਹਾਉਂਦੇ ਗੁਰੂ, ਉਹ ਤਾਂ ਭਰਮ ਤਾਂ ਜਾ ਨਹੀਂ ਰਿਹਾ। ਭਰਮ ਦੇ ਵਿੱਚ ਤਾਂ ਤੁਹਾਡੇ ਸਾਰੇ ਸੰਗੀ ਸਾਥੀ ਸੇਵਕ ਨੇ। ਉਹ ਗੁਰੂ ਹੀ ਕਾਹਦਾ ਹੈ ਜਿਹੜਾ ਭਰਮ ਚੋਂ ਨਾ ਕੱਢੇ। ਤੇ ਗੁਰੂ ਹੈ ਪਰਮੇਸ਼ਰ, ਉਹਨੂੰ ਤੁਸੀਂ ਮੰਨਦੇ ਨਹੀਂ। ਤੁਸੀਂ ਪਰਮੇਸ਼ਰ ਨੂੰ ਗੁਰੂ ਮੰਨੋ ਤਾਂ ਸਹੀ। ਜੇ ਤੁਹਾਡੇ ਅੰਦਰ ਭਰਮ ਰਹਿ ਗਿਆ ਤਾਂ ਕਹਿ ਦਿਓ ਗਿਆਨ ਪਿਆ ਤਾਂ ਕਰਮੈ ਨਾਸ। ਤਿੱਥੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦੋਂ ਪ੍ਰਚੰਡ ਰੌਸ਼ਨੀ ਹੁੰਦੀ ਹੈ, ਉੱਥੇ ਤਾਂ ਹਨੇਰਾ ਰਹਿੰਦਾ ਹੀ ਨਹੀਂ। ਸੋ ਫਿਰ ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ ਇਹਨਾਂ ਬਚਨਾਂ ਦਾ, ਜੀ ਇਹ ਤਾਂ ਪਖੰਡੀਆਂ ਵਾਸਤੇ ਕਿਹਾ। ਕੀ ਫਿਰ ਗੁਰੂ ਪਖੰਡੀ ਹੁੰਦਾ? ਗੁਰੂ ਤਾਂ ਗੁਰੂ ਹੀ ਹੈ।
ਗੁਰੂ ਕਦੇ ਪਖੰਡੀ ਨਹੀਂ ਹੁੰਦਾ, ਪਖੰਡੀ ਹੁੰਦਾ ਸੇਵਕ। ਗੁਰੂ ਸ਼ੁੱਧ ਸਰੂਪ ਹੈ, ਇਸੇ ਕਰਕੇ ਭਗਤਾਂ ਨੇ ਗੁਰੂ ਪਰਮੇਸ਼ਰ ਨੂੰ ਮੰਨਿਆ, ਕਿਸੇ ਵੀ ਵਿਅਕਤੀ ਨੂੰ ਗੁਰੂ ਨਹੀਂ ਮੰਨਿਆ। ਨਾ ਉਹ ਆਪ ਆਪਣੇ ਆਪ ਨੂੰ ਉਹਨਾਂ ਨੇ ਗੁਰੂ ਕਹਾ ਹੈ, ਗੁਰ ਕਹਾ ਹੈ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜ਼ਾਏ। ਨਾਨਕ ਜੀ ਕਹਿੰਦੇ ਪਹਿਲਾਂ ਮੈਂ ਗੁਰ ਸੀ, ਗੱਗੇ ਨੂੰ ਔਂਕੜ ਰਾਰਾ, ਤੇ ਜਦੋਂ ਮੈਨੂੰ ਸੋਝੀ ਆਈ, ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਤਾਂ ਗੁਰ ਹੋਆ, ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ, ਗੁਰ ਹੋਆ। ਵੇਖੋ ਤਿਸ ਕੀ ਰਜਾਏ, ਜਿਹੜਾ ਤਿਸ ਕੀ ਰਜਾਏ ਹੈ ਉਹ ਹੈ ਪਰਮੇਸ਼ਰ, ਉਹ ਹੈ ਗੁਰੂ। ਇਹ ਗੁਰੂ ਦੀ ਰਜਾ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਹੁਕਮ ਹੈ ਕਿ ਉਹਨੇ ਮੇਰੇ ਤੇ ਮਿਹਰ ਕੀਤੀ, ਮੈਨੂੰ ਆਪਣਾ ਨਾਮ ਦਿੱਤਾ, ਮੈਨੂੰ ਹੁਕਮ ਦਿੱਤਾ, ਮੈਨੂੰ ਸੋਝੀ ਬਖਸ਼ੀ, ਜਿਹਦੇ ਸਦਕੇ ਮੈਂ ਅੱਜ ਤੁਹਾਡੇ ਅੱਗੇ ਪੇਸ਼ ਹੁੰਦਾ ਪਾਤਸ਼ਾਹ। ਸੋ ਸੰਸਾਰ ਦੇ ਅੰਦਰ ਬਥੇਰੇ ਵਿਅਕਤੀ ਹਨ ਜਿਹੜੇ ਆਪਣੇ ਨਾਵਾਂ ਦੇ ਨਾਲ ਵੀ ਐਸਾ ਕੁਝ ਲਿਖਾ ਲੈਂਦੇ ਆ। ਗੁਰਮਤਿ ਉਹਨਾਂ ਨੂੰ ਸ਼ੁੱਧ ਨਹੀਂ ਮੰਨਦੀ, ਸ੍ਰੇਸ਼ਟ ਨਹੀਂ ਮੰਨਦੀ। ਗੁਰਬਾਣੀ ਦੇ ਅੰਦਰ ਵੀ 15 ਭਗ ਸਾਹਿਬਾਨ, ਉਹਨਾਂ ਦੀ ਜਦੋਂ ਗੁਰਬਾਣੀ ਪੋਥੀ ਸਾਹਿਬ ਦੇ ਵਿੱਚ ਦਰਜ ਕੀਤੀ ਪੰਜਵੇਂ ਪਾਤਸ਼ਾਹ ਨੇ, ਤਾਂ ਉਹਨਾਂ ਦੇ ਨਾਮ ਨਾਲ ਪੰਜਵੇਂ ਪਾਤਸ਼ਾਹ ਨੇ ਭਗਤ ਸ਼ਬਦ ਲਾਇਆ। ਸੋ ਭਗਤ ਸ਼ਬਦ ਦਾ ਦਰਗਾਹ ਦੇ ਅੰਦਰ ਅਰਥ ਹੈ ਜਿਹੜਾ ਸੱਚਖੰਡ ਵੱਲੋਂ ਪ੍ਰਵਾਨਿਤ ਹੈ, ਉਹ ਦਾਸ ਹੈ। ਇਸੇ ਕਰਕੇ ਇੱਥੇ ਵੀ ਭੇਦ ਰੱਖ ਕੇ ਪਾਤਸ਼ਾਹ ਨੇ ਗੱਲ ਕੀਤੀ, ਇਹ ਬਾਣੀ ਭਗਤਾਂ ਕੀ, ਕਿ ਬਾਣੀ ਹੈ ਜਿਹੜੀ ਹੁਕਮ ਹੈ, ਇਹ ਸਾਰੇ ਸੱਚਖੰਡ ਦਾ ਹੀ ਹੈ, ਦਾਸਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਜਪ ਦੀ ਗੁਰਬਾਣੀ ਦੇ ਅੰਦਰ ਵੀ ਪਾਤਸ਼ਾਹ ਨੇ ਇਹੀ ਗੱਲ ਲਿਖੀ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ। ਜਿਹੜਾ ਵਿਗਾਸ ਹੈ, ਜਿਹੜਾ ਖਿੜਾਓ ਹੈ, ਜਿਹੜਾ ਹੁਕਮ ਹੈ, ਉਹ ਭਗਤਾਂ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਭਗਤ ਕੋਈ ਵੀ ਬਣ ਸਕਦਾ ਹੈ। ਭਗਤ ਉਹਨੂੰ ਕਹਿੰਦੇ ਆ ਜਿਹਦੇ ਅੰਦਰ ਭੈ ਨਾ ਹੋਵੇ, ਭੈ ਤੋਂ ਰਹਿਤ ਹੋ ਕੇ ਚੱਲਦਾ ਹੋਵੇ। ਜਿਹਦੇ ਅੰਦਰ ਭੈ ਹੈ ਉਹ ਭਗਤ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਅੰਦਰ ਆਖਿਆ ਵੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕਿੱਡੀ ਵੱਡੀ ਗੱਲ ਹੈ। ਇਹ ਭੈ ਮੁਕਤ ਹੋਏ ਤੋਂ ਬਿਨਾਂ ਨਹੀਂ ਕਿਹਾ ਜਾ ਸਕਦਾ ਕਿ ਸਾਰਾ ਸੰਸਾਰ ਦਾ ਝੂਠ ਹੈ। ਹੁਣ ਜੇ ਇਹ ਗੱਲ ਆਖੀ ਹੈ ਤਾਂ ਉਹਨਾਂ ਨੇ ਸਾਬਤ ਵੀ ਕਰਕੇ ਦਿਖਾਇਆ ਵੀ ਇਹ ਝੂਠ ਕਿਵੇਂ, ਐਵੇਂ ਨਹੀਂ ਕਹਿ ਦਿੱਤਾ, ਉਹਨੂੰ ਪ੍ਰੂਫ ਵੀ ਕੀਤਾ। ਅੱਜ ਸਾਡੇ ਕੋਲੇ ਪੰਗਤੀ ਹੈ ਪਰ ਅਸੀਂ ਪ੍ਰੂਫ ਨਹੀਂ ਕਰ ਸਕਦੇ ਕਿ ਝੂਠ ਕਿਵੇਂ, ਕਿਉਂਕਿ ਸਾਡੇ ਕੋਲੋਂ ਸੱਚ ਨਹੀਂ ਹੈ, ਸਾਡੇ ਕੋਲੋਂ ਨਿਰਾਕਾਰੀ ਸੱਚ ਨਹੀਂ ਹੈ। ਅਸੀਂ ਇਹ ਗੱਲ ਤਾਂ ਕਹਿੰਦੇ ਵੀ ਜੀ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਸੱਚ ਕਿਹਾ, ਗੱਲ ਠੀਕ ਹੈ, ਪਰ ਅੱਲਾ ਕਹਿੰਦਾ ਵੀ ਹੁਣ ਤੁਸੀਂ ਪ੍ਰੂਫ ਕਰਕੇ ਦਿਖਾਓ। ਔਰ ਉਹ ਪ੍ਰੂਫ ਕਰਕੇ ਦਿਖਾਊਗਾ ਵੀ ਜਿਹਦੇ ਕੋਲੋਂ ਨਿਰਾਕਾਰੀ ਸੱਚ ਹੋਵੇਗਾ, ਜਿਹਦੀ ਅਵਸਥਾ ਗੁਰੂ ਨਾਨਕ ਜੀ ਵਰਗੀ ਹੋਵੇਗੀ, ਉਹ ਸੱਚ ਕਰਕੇ ਦਿਖਾਊਗਾ। ਦੂਜੇ ਪਾਤਸ਼ਾਹ ਨੇ ਦਿਖਾਇਆ, ਦੂਜਿਆਂ ਤੋਂ ਬਾਅਦ ਤੀਜਿਆਂ ਨੇ ਦਿਖਾਇਆ, ਚੌਥੇ ਨੇ ਦਿਖਾਇਆ, 10 ਤੱਕ ਦਿਖਾਇਆ। ਬੇਅੰਤ ਗੁਰਮੁਖਾਂ ਨੇ ਦਿਖਾਇਆ, ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਸੀ। ਸੋ ਅਸਲ ਵਿੱਚ ਜਿਹੜਾ ਵਿਗਾਸ ਹੈ ਇਹ ਭਗਤਾਂ ਨੂੰ ਹੀ ਹੁੰਦਾ ਹੈ। ਤੇ ਹੁੰਦਾ ਕਿੱਥੋਂ ਹੈ? ਗੁਰੂ ਤੋਂ। ਗੁਰੂ ਹੀ ਬਖਸ਼ਿਸ਼ ਕਰਦਾ ਹੈ। ਪਰ ਫਿਰ ਵੀ ਇੱਕ ਗੱਲ ਦੀ ਗੁਰਬਾਣੀ ਦੇ ਅੰਦਰ ਛੋਟ ਵੀ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਵੀ ਜੇ ਅਸੀਂ ਚਲੋ ਗੁਰੂ ਨਾਨਕ ਜੀ ਨੂੰ ਗੁਰੂ ਨਾਨਕ ਵੀ ਕਹਿ ਦਿੰਦੇ ਹਾਂ, ਪਰ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਵੀ ਅਸੀਂ ਕਿਸ ਐਂਗਲ ਤੋਂ ਕਹਿੰਦੇ, ਕਿਉਂਕਿ ਇੱਥੇ ਤਾਂ ਸਾਨੂੰ ਕੋਈ ਸਵਾਲ ਨਹੀਂ ਪੁੱਛੂਗਾ। ਸੱਚਖੰਡ ਦੇ ਅੰਦਰ ਜਦੋਂ ਸਾਡੀ ਜੋਤ ਨੇ ਜਾਣਾ ਹੈ, ਆਤਮਾ ਨੇ ਜਾਣਾ ਹੈ, ਉੱਥੇ ਪੁੱਛ ਪ੍ਰਤੀਤ ਤਾਂ ਸਾਡੀ ਉਹ ਹੋਣੀ ਹੈ, ਕਿਸੇ ਦੀ ਤਾਂ ਹੋਣੀ ਨਹੀਂ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਮੰਨਿਆ ਹੋਇਆ ਉਹਦੇ ਜਵਾਬ ਦੇ ਅਸੀਂ ਹੋਵਾਂਗੇ, ਦੂਜਾ ਥੋੜ੍ਹਾ ਹੋਊਗਾ। ਜੇ ਅਸੀਂ ਕਹਾਂਗੇ ਜੀ ਫਲਾਨਾ ਸੀ, ਉਹ ਕਹਿੰਦੇ ਜਦੋਂ ਫਲਾਨਾ ਆਊਗਾ ਉਹਦੀ ਵਾਰੀ ਉਦੋਂ ਦੇਖਾਂਗੇ, ਹੁਣ ਤਾਂ ਤੇਰੀ ਵਾਰੀ ਹੈ ਨਾ। ਕਿਉਂਕਿ ਗੁਰਬਾਣੀ 'ਚ ਫਰਮਾਨ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਚ। ਇਹ ਮੇਰੇ ਮਨਾ ਸਾਰਾ ਕੁਝ ਗੁਰਬਾਣੀ 'ਚ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ।
ਤੂੰ ਮੁੱਕਰ ਨਹੀਂ ਸਕਦਾ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲੇ। ਉੱਥੇ ਤੈਨੂੰ ਪੁੱਛਣਗੇ ਉਹ ਵੀ, ਅਸੀਂ ਤਾਂ ਲਿਖਿਆ ਨਹੀਂ ਗੁਰਬਾਣੀ ਦੇ ਅੰਦਰ ਵੀ ਗੁਰੂ ਮੈਂ ਆ, ਤੂੰ ਮੈਨੂੰ ਗੁਰੂ ਕਿਹੜੇ ਐਂਗਲ ਤੋਂ ਕਹਿ ਕੇ। ਤਾਂ ਸਾਡੇ ਕੋਲ ਇੱਕ ਨੁਕਤਾ ਹੁੰਦਾ ਗੁਰਮੁਖ ਦੇ ਕੋਲ, ਜਿਹਨੂੰ ਉਹ ਨੁਕਤਾ, ਉਹ ਉੱਥੇ ਨੁਕਤਾ ਖੋਲੂਗਾ, ਉਸ ਐਂਗਲ ਤੋਂ ਛੁੱਟ ਸਕਦਾ। ਪਰ ਜੇ ਉਹਦੇ ਕੋਲ ਨੁਕਤਾ ਹੋਊਗਾ ਤਾਂ, ਜੇ ਉਹਦੇ ਕੋਲ ਨੁਕਤਾ ਹੀ ਨਹੀਂ ਹੈ ਉਹ ਕਿਵੇਂ ਛੁੱਟੂਗਾ? ਉਹਨੇ ਫਸ ਜਾਣਾ। ਉਹਦੇ ਕੋਲ ਅਸਲੀ ਨਿਰਾਕਾਰੀ ਸੱਚ ਨਹੀਂ ਹੈ। ਜਦੋਂ ਨਿਰਾਕਾਰੀ ਸੱਚ ਹੁੰਦਾ, ਨਿਰਾਕਾਰੀ ਸੱਚ ਵਾਲਾ ਦੱਸ ਦੂ ਵੀ ਮੈਂ ਇਸ ਐਂਗਲ ਤੋਂ ਗੁਰੂ ਕਿਹਾ, ਉਸ ਐਂਗਲ ਤੋਂ ਉਹਨੇ ਛੁੱਟ ਜਾਣਾ। ਪਰ ਜਿਹੜਾ ਹੈਗਾ ਸੰਸਾਰੀ ਐਂਗਲ, ਉਹ ਤੋਂ ਉਹਨੇ ਫਸਣਾ ਹੀ ਫਸਣਾ। ਸੋ ਇਸ ਕਰਕੇ ਹੇ ਮੇਰੇ ਮਨਾ, ਗੁਰਬਾਣੀ ਬਹੁਤ ਬਰੀਕੀ ਨਾਲ ਵਿਚਾਰ, ਫਿਰ ਤੈਨੂੰ ਕਿਤੇ ਜਾ ਕੇ ਪਤਾ ਲੱਗੂ ਵੀ ਅਸਲ ਵਿੱਚ ਖੇਡ ਕੀ ਹੈ। ਸੋ ਅਸੀਂ ਮੁੱਕਰ ਨਹੀਂ ਸਕਦੇ, ਉੱਥੇ ਸੱਚੋ ਹੀ ਸੱਚ ਨਿਬੜਿਆ। ਜੇ ਨਵੇਰਾ ਮਨਾ ਤੇਰਾ ਹੀ ਹੋਣਾ ਹੈ, ਕਿਸੇ ਨੇ ਉੱਥੇ ਮਦਦ ਨਹੀਂ ਕਰਨੀ, ਫਿਰ ਉਹ ਕੁਝ ਕਰ ਜਿਹੜਾ ਕੁਝ ਗੁਰਬਾਣੀ ਕਹਿੰਦੀ ਹੈ। ਕਿਉਂਕਿ ਗੁਰਬਾਣੀ ਉਸ ਸੱਚੇ ਦੀ ਹੈ ਜਿਸ ਦੇ ਅੱਗੇ ਪੇਸ਼ ਹੋਣਾ ਹੈ। ਜਦੋਂ ਕੋਲ ਸੱਚ ਹੋਵੇਗਾ ਤਾਂ ਸੱਚੇ ਦੇ ਸਾਹਮਣੇ ਪੇਸ਼ ਵੀ ਸੱਚ ਹੀ ਹੋਵੇਗਾ। ਫਿਰ ਕੀ ਹੋਊ, ਰੇਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਓ ਬੈਠ ਆਦਰ ਸ਼ੁਭ ਦਿਓ। ਫਿਰ ਇਹ ਬਚਨ ਪਾਤਸ਼ਾਹ ਦਾ ਤੇਰੇ ਤੇ ਲਾਗੂ ਹੋ ਜੂ। ਤਾਂ ਹੀ ਤਾਂ ਹੇ ਮੇਰੇ ਮਨਾ, ਗੁਰਬਾਣੀ ਬਾਰ-ਬਾਰ ਆਖਦੀ ਹੈ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਭਾਵ ਇੱਥੇ ਵੀ ਸੱਚ ਹੋਵੇ ਤੇ ਉੱਥੇ ਵੀ ਸੱਚ ਹੋਵੇ। ਇਹ ਨਾ ਹੋਵੇ ਵੀ ਤੂੰ ਇੱਥੇ ਸੱਚ ਬੋਲ ਦਵੇਂ, ਦਰਗਾਹ ਵਾਲੇ ਸੱਚ ਨਾ ਮੰਨਣ, ਜਾਂ ਤੂੰ ਦਰਗਾਹ ਵਾਲਾ ਸੱਚ ਬੋਲੀ ਜਾਵੇਂ, ਇੱਥੇ ਨਾ ਸੱਚ ਹੋਵੇ। ਸੋ ਇਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਨਾ ਪੈਦਾ ਕਰੀ ਕਿ ਲੋਕ ਮੇਰੇ ਤੇ ਖੁਸ਼ ਹੋਣ। ਤੂੰ ਲੋਕਾਂ ਨੂੰ ਖੁਸ਼ ਕਰਨ ਦੇ ਲਈ ਸੱਚ ਬੋਲੀ ਚੱਲੇ ਸੰਸਾਰੀ, ਤੇ ਜਾਂ ਲੋਕਾਂ ਤੋਂ ਡਰ ਕੇ ਸੱਚ ਨਾ ਬੋਲੇ। ਫਿਰ ਅੱਗੇ ਦੇਖ ਲੈ ਕੀ ਹਾਲ ਹੋਵੇਗਾ। ਝੂਠਿਆਂ ਦਾ ਕੀ ਹਾਲ ਹੁੰਦਾ ਦਰਗਾਹ ਦੇ ਅੰਦਰ। ਗੁਰਬਾਣੀ ਕਹਿੰਦੀ ਹੈ, ਥਾਉ ਨਾ ਪਾਇਆ ਨਕੂੜਿਆ, ਮੋਹ ਕਾਲੈ ਦੋਚਕ ਚਾਲਿਆ। ਫਿਰ ਇਹ ਵੀ ਗੱਲ ਹੈ, ਮੂੰਹ ਕਾਲਾ ਹੁੰਦਾ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਤੇਰੇ ਨਾਏ ਰੱਤੇ, ਜਿਹੜੇ ਹੁਕਮ 'ਚ ਰਹੇ ਉਹ ਜਿੱਤ ਕੇ ਚਲੇ ਗਏ। ਸੱਚ ਬੋਲਣ ਵਾਲਾ ਜਿੱਤ ਜਾਂਦਾ। ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਹਾਰ ਗਏ ਸੇ ਠੱਗਣ ਵਾਲਿਆ, ਜਿਨ੍ਹਾਂ ਨੇ ਠੱਗੀਆਂ ਮਾਰੀਆਂ ਉਹ ਹਾਰ ਜਾਂਦੇ। ਹੇ ਮੇਰੇ ਮਨਾ, ਤੂੰ ਹਾਰ ਜਾਣਾ, ਕਿਉਂਕਿ ਠੱਗੀ ਝੂਠ ਬੋਲ ਕੇ ਵੱਜਦੀ ਹੈ, ਸੱਚ ਬੋਲ ਕੇ ਠੱਗੀ ਨਹੀਂ ਵੱਜਦੀ। ਕੁਝ ਵਿਚਾਰ ਲੈ, ਹਜੇ ਵੀ ਸਮਾਂ, ਅਜੂ ਕਿਛ ਵਿਗੜਿਓ ਨਾਹੀਂ। ਹਾਂ, ਕਈ ਵਚਨਾਂ ਦੇ ਅਰਥ ਬਦਲ ਗਏ, ਤਾਂ ਹੀ ਇਹ ਗੱਲਾਂ ਪ੍ਰਚਲਿਤ ਹੋ ਗਈਆਂ। ਹੁਣ ਮਿਟਾਉਣੀ ਔਖੀ ਹੈ। ਜਿਵੇਂ ਕਿਸੇ ਦੀ ਅੱਲ ਪੈ ਜਾਂਦੀ ਹੈ ਪਿੰਡ ਵਿੱਚ, ਪਹਿਲਾਂ ਤਾਂ ਉਹ ਅੱਲ ਬੁਰੀ ਲੱਗਦੀ ਹੈ। ਉਸ ਨੂੰ ਜਿਸ ਦੀ ਅੱਲ ਪੈਂਦੀ ਹੈ, ਹੌਲੀ ਹੌਲੀ ਉਹ ਅੱਲ ਪੱਕ ਜਾਂਦੀ ਹੈ, ਫਿਰ ਉਹੀ ਗੱਲ ਚੰਗੀ ਲੱਗਣ ਲੱਗ ਜਾਂਦੀ ਹੈ। ਜਿਵੇਂ ਹਿੰਦੂ ਸ਼ਬਦ ਹੈ, ਇਸ ਦਾ ਮਤਲਬ ਚੋਰ ਹੈ, ਅੰਨ੍ਹ ਹੈ, ਬੇਈਮਾਨ ਹੈ। ਪਰ ਇਹ ਅੱਲ ਹੁਣ ਇੰਨੀ ਪੱਕ ਗਈ ਕਿ ਹਿੰਦੂ ਧਰਮ ਹੀ ਬਣ ਗਿਆ। ਉਹ ਵੀ ਕਹਿੰਦੇ ਹਨ, ਗਰਵ ਸੇ ਕਹੋ ਹਮ ਹਿੰਦੂ ਹੈ। ਸੋ ਇਸੇ ਤਰ੍ਹਾਂ ਹੀ ਹੋ ਜਾਂਦਾ ਹੈ। ਗੁਰਬਾਣੀ ਬਚਨਾਂ ਦੀ ਆਪਾਂ ਕੁਝ ਵਿਚਾਰ ਕਰ ਲੈਂਦੇ ਹਾਂ। ਜਿਵੇਂ ਸ਼ਬਦ ਹੈ ਗੁਰਪ੍ਰਸਾਦ, ਹੁਣ ਇੱਥੇ ਅਰਥ ਪ੍ਰਚਲਿਤ ਇਹ ਹੋ ਗਿਆ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ। ਪੂਰਾ ਅਰਥ ਇਹ ਬਣ ਗਿਆ ਕਿ ਗੁਰੂ ਦੀ ਕਿਰਪਾ। ਜਦ ਕਿ ਗੁਰਬਾਣੀ 'ਚ ਗੁਰ ਦਾ ਅਰਥ ਆਤਮਿਕ ਗਿਆਨ ਹੈ। ਹੁਣ ਸਵਾਲ ਫਿਰ ਇਹ ਖੜਾ ਹੋਵੇਗਾ ਕਿ ਆਤਮ ਗਿਆਨ ਆਇਆ ਕਿੱਥੋਂ? ਸੋ ਆਇਆ ਗੁਰੂ ਤੋਂ ਹੈ, ਪਰਮੇਸ਼ਰ ਤੋਂ ਹੈ। ਜਦੋਂ ਜੀਵ ਆਤਮਾ ਮਾਇਆ 'ਚ ਆਉਂਦੀ ਹੈ ਤੇ ਨਾਲ ਹੀ ਗੁਰ ਗਿਆਨ ਪਦਾਰਥ ਨਾਮ ਹੈ, ਪਰਮੇਸ਼ਰ ਜੀ ਦੇ ਕੇ ਭੇਜਦੇ ਹਨ ਕਿ ਹੁਣ ਇਸ ਦੇ ਆਸਰੇ ਚੱਲੀ। 84 ਲੱਖ ਪੌੜੀ ਦਾ ਡੰਡਾ ਇਸ ਆਸਰੇ ਹੀ ਚੜ੍ਹ ਹੁੰਦਾ। ਇੱਥੇ ਮਨੁੱਖਾ ਜਦੋਂ ਸਰੀਰ ਮਿਲਦਾ ਆਤਮਾ ਨੂੰ, ਫਿਰ ਫਰਕ ਪੈਂਦਾ ਕਿ ਉਸੇ ਗਿਆਨ ਦੇ ਸਹਾਰੇ ਚੱਲਦਾ ਕਿ ਨਹੀਂ ਚੱਲਦਾ।
ਜਿਹੜੇ ਤਾਂ ਉਸ ਨਾਮ ਦੇ ਸਹਾਰੇ ਚੱਲਦੇ ਆ ਉਹਨਾਂ ਲਈ ਗੁਰਬਾਣੀ 'ਚ ਫਰਮਾਨ ਹੈ, ਗੁਰਮੁਖ ਲਾਹਾ ਲੈ ਗਏ। ਜਿਹੜੇ ਨਹੀਂ ਚੱਲਦੇ ਉਹਨਾਂ ਲਈ ਹੈ ਗੁਰਬਾਣੀ ਦੇ ਅੰਦਰ, ਮਨਮੁਖ ਚੱਲੇ ਮੂਲ ਗਵਾਏ ਜੀਓ। ਆਹੀ ਹੈ ਉਹ ਮੂਲ, ਉਹ ਗੁਰ, ਆਤਮਿਕ ਗਿਆਨ। ਗੁਰਬਾਣੀ ਜਿਹੜੀ ਸਾਡੇ ਕੋਲ ਹੈ, ਗਿਆਨ ਦੀ ਬੋਲੀ ਹੋਈ ਇਹੀ ਸਿਖਾਉਂਦੀ ਹੈ। ਗੁਰਬਾਣੀ ਦੇ ਅੰਦਰ ਆਤਮਾ ਦੀ ਬੋਲੀ ਹੈ। ਆਤਮਾ ਬਾਰੇ ਕੁਝ ਜਾਣਨਾ ਤਾਂ ਗੁਰਬਾਣੀ ਤੋਂ ਸੋਝੀ ਔਖੀ, ਕਿਉਂਕਿ ਗੁਰਬਾਣੀ ਬੋਲੀ ਹੋਈ ਆਤਮਾ ਦੀ ਹੋਈ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਿਆ ਸੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਦੇਖੋ ਉੱਥੇ ਪਾਤਸ਼ਾਹ ਨੇ ਲਿਖਿਆ ਕਿ ਗਿਆਨ ਕਾ ਬੱਧਾ ਮਨ ਰਹੇ, ਮਨ ਨੂੰ ਗਿਆਨ ਤੋਂ ਬਿਨਾਂ ਤੁਸੀਂ ਰੋਕ ਨਹੀਂ ਸਕਦੇ। ਪਰ ਗਿਆਨ ਕਿਹੜਾ ਹੋਣਾ ਚਾਹੀਦਾ? ਗੁਰ ਬਿਨ, ਕਿ ਤੈਨੂੰ ਤੇਰੇ ਗਿਆਨ ਤੋਂ ਬਿਨਾਂ ਕੋਈ ਹੋਰ ਗਿਆਨ ਨਾ ਦੇ ਦੇਵੇ। ਜਦੋਂ ਮਨ ਨੂੰ ਮਨ ਦੀ ਅਸਲੀਅਤ ਤੇ ਸਿਖਾਈ ਜਾਂਦੀ, ਉਹ ਹੈ ਗੁਰ, ਗੱਗੇ ਨੂੰ ਔਂਕੜ ਰਾਰੇ ਨੂੰ। ਦੂਜਾ ਸ਼ਬਦ ਆਉਂਦਾ ਗੁਰ, ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ। ਗੁਰਬਾਣੀ ਦੇ ਅੰਦਰ ਬਚਨ ਆਉਂਦਾ ਗੁਰ ਪੌੜੀ, ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ। ਹੁਣ ਗੁਰ ਭਾਵ ਜਿਸ ਨੇ ਆਪਣਾ ਮੂਲ ਪਛਾਣਿਆ, ਜਿਵੇਂ ਗੁਰੂ ਨਾਨਕ ਜੀ ਨੇ ਆਪਣਾ ਮੂਲ ਪਛਾਣਿਆ ਸੀ, ਉਹਨਾਂ ਦੇ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਨਾਲ ਲੱਗੂਗਾ। ਉਹਨਾਂ ਨੇ ਪਛਾਣਿਆ ਆਪਣੇ ਆਪ ਨੂੰ। ਆਤਮ ਗਿਆਨ ਅਨੁਸਾਰ ਹੀ ਸੰਸਾਰ ਵਿੱਚ ਵਿਚਰਦੇ ਰਹੇ। ਤੇ ਜਦੋਂ ਹੁਕਮ ਹੋਇਆ, ਉਦੋਂ ਸਰੀਰ ਸੀ ਜਿਹੜਾ ਕੱਪੜਾ ਸੀ ਛੱਡ ਕੇ ਵਾਪਸ ਉਸੇ ਸੱਚ ਦੇ ਵਿੱਚ ਸਮਾ ਗਏ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ। ਗੁਰ ਪੌੜੀ ਭਾਵ ਉਹੀ ਦੂਸਰਿਆਂ ਨੂੰ ਵੀ ਉਸੇ ਆਤਮਿਕ ਗਿਆਨ ਅਨੁਸਾਰ ਚੱਲਣ ਦੀ ਸੋਝੀ ਵੀ ਬਖਸ਼ਦਾ ਹੈ। ਜਿਸ ਗਿਆਨ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਇਸ ਭਾਵ ਸਾਗਰ 'ਚ ਵਿਚਰਦੇ ਰਹੇ, ਉਹਨਾਂ ਨੇ ਗਾਹਾਂ ਵੀ ਇਹੀ ਦੱਸਿਆ ਵੀ ਤੁਸੀਂ ਵੀ ਇਸੇ ਸੁਗਿਆਨ ਦੇ ਅਨੁਸਾਰ ਚੱਲਿਓ ਜੇ ਭਵ ਸਾਗਰ 'ਚੋਂ ਬਾਹਰ ਨਿਕਲਣਾ। ਉਹ ਬੇੜੀ ਨੇ, ਬੇੜੀ ਸਾਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਲੈ ਜਾਂਦੀ ਹੈ, ਪਰ ਜੇ ਕੋਈ ਬੇੜੀ 'ਚ ਬੈਠੂ ਤਾਂ ਹੀ ਲੈ ਕੇ ਜਾਊਗੀ। ਜੇ ਹੁਣ ਬੇੜੀ ਸਾਹਮਣੇ ਦੀਂਦੀ ਹੈ, ਅਸੀਂ ਵੀ ਖੜੇ ਹਾਂ, ਤਾਂ ਬੇੜੀ ਨਹੀਂ ਲਿਜਾ ਸਕਦੀ। ਇਹੋ ਜਿਹੀ ਹਾਲਤ ਹੈ ਮੇਰੇ ਮਨਾਂ ਤੇਰੀ ਹੈ। ਗੁਰਬਾਣੀ ਤੇਰੇ ਸਾਹਮਣੇ ਹੈ, ਬੇੜੀ ਤੇਰੇ ਸਾਹਮਣੇ ਹੈ। ਬੇੜੀ ਬੜੀ ਸੋਹਣੀ ਹੈ, ਬੜੀ ਸਿਫਤ ਕਰਦਾ ਗੁਰਬਾਣੀ ਦੀ, ਤੂੰ ਬੜੀ ਸਿਫਤ ਕਰਦਾ। ਜਿੰਨਾ ਚਿਰ ਤੂੰ ਬੇੜੀ 'ਚ ਬਹਿੰਦਾ ਨਹੀਂ, ਜਿੰਨਾ ਚਿਰ ਗੁਰਬਾਣੀ ਦੀ ਗੱਲ ਮੰਨਦਾ ਨਹੀਂ, ਉਨਾ ਚਿਰ ਤਰਿਆ ਨਹੀਂ ਜਾਵੇਗਾ। ਦੂਰੋਂ ਖੜੀ ਬੇੜੀ ਦੀ ਉਸਤਤ ਕਰਨ ਦੇ ਨਾਲ ਕੋਈ ਤਰ ਨਹੀਂ ਸਕਦਾ। ਦੂਰੋਂ ਦੇਖ ਕੇ ਗੁਰਬਾਣੀ ਦੀ ਉਸਤਤ ਕਰਨ ਨਾਲ ਹੈ ਮੇਰੇ ਮਨਾਂ ਤੂੰ ਸੱਚਖੰਡ ਤੱਕ ਨਹੀਂ ਪਹੁੰਚ ਸਕਦਾ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠਿਆ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਨਹੀਂ ਹੋਣਾ। ਸਗੋਂ ਉਹ ਭਲਾ ਕਰਦਾ, ਬੇੜੀ ਬਣਦਾ ਗੁਰੂ ਤੱਕ ਪਹੁੰਚਾਉਣ ਲਈ। ਆਹ ਗੁਰਬਾਣੀ ਰਚਦਾ। ਗੁਰੂ ਤੁਲਹਾ ਹਰ ਨਾਮ। ਦੇਖੋ ਤਿੰਨੇ ਚੀਜ਼ਾਂ ਪਾਤਸ਼ਾਹ ਨੇ ਲਿਖੀਆਂ। ਉਸ ਵੇਲੇ ਗੁਰੂ ਤੁਲਹਾ, ਗੁਰੂ ਜਿਵੇਂ ਆਪ ਭਾਣੇ ਵਿੱਚ, ਗੁਰ ਜਿਵੇਂ ਆਪ ਭਾਣੇ ਵਿੱਚ ਆਤਮਾ ਨੂੰ ਬੰਨ੍ਹ ਕੇ ਚੱਲਦਾ, ਉਸੇ ਤਰ੍ਹਾਂ ਹੋਰ ਨੂੰ ਆਖਦਾ ਕਿ ਤੁਹਾਡੇ ਹਿਰਦੇ ਵਿੱਚ ਵੀ ਨਾਉ ਉਹ ਗਿਆਨ ਜਿਹੜਾ ਮੇਰੇ ਕੋਲ ਹੈ, ਤੁਸੀਂ ਵੀ ਉਸ ਦਾ ਤੁਲਹਾ, ਪ੍ਰੇਮ ਦੀ ਜੇਵਰੀ ਰੱਸੀ ਨਾਲ ਬੰਨ ਲਵੋ, ਪਾਰ ਚਲੇ ਜਾਓ। ਗੁਰੂ ਤੁਲ ਹੈ, ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਤੁਲ ਹੈ, ਉਹਦੇ ਨਾਲ ਹੀ ਚੱਲ ਹੋਊਗਾ। ਉਹੀ ਸਾਨੂੰ ਇਸ ਭਵ ਸਾਗਰ ਚੋਂ ਬਾਹਰ ਲੈ ਕੇ ਜਾਊਗਾ। ਗੁਰਬਾਣੀ ਬੇੜੀ ਹੈ, ਬਾਣੀ ਹੈ ਜਿਹੜੀ ਉਹ ਤੁਲ ਹੈ। ਧੁਰ ਕੀ ਬਾਣੀ ਆਈ, ਤਿਨੀ ਸਗਲੀ ਚਿੰਤ ਮਿਟਾਈ। ਉਹਨੇ ਚਿੰਤਾ ਮਿਟਾਉਣੀ ਹੈ। ਜੇ ਤੁਸੀਂ ਬੇੜੀ ਦੇ ਵਿੱਚ ਬੈਠ ਵੀ ਗਏ ਤੇ ਬੇੜੀ ਚਲਾਉਣੀ ਨਾ ਆਵੇ, ਫਿਰ ਕੀ ਕਰੋਗੇ? ਬੇੜੀ ਚਲਾਉਣੀ ਵੀ ਆਉਣੀ ਚਾਹੀਦੀ ਹੈ, ਵੀ ਜੇ ਇੱਧਰੋਂ ਛੱਲਾਂ ਆ ਗਿਆ ਬਚਾਉਣਾ ਕਿਵੇਂ ਆ? ਕਿਉਂਕਿ ਬੇੜੀ ਵੀ ਜਦੋਂ ਚੱਲਣੀ ਹੈ, ਛੱਲਾਂ ਵੀ ਬਹੁਤ ਆਉਣੀਆਂ ਨੇ। ਅਜੇ ਸੋ ਨਾਓ ਸਮੁੰਦਰ ਮੈਂ, ਕਿਆ ਜਾਣੇ ਕਿਆ ਹੋਏ ਕੋਈ ਪਤਾ ਨਹੀਂ ਹੈ। ਗੁਰਬਾਣੀ ਦੀ ਸੋਝੀ ਆਉਣ ਨਾਲ ਵੀ ਕੋਈ ਵੱਡੀ ਗੱਲ ਨਹੀਂ ਬਣਦੀ, ਪਰ ਫਿਰ ਵੀ ਸੰਸਾਰ ਨਾਲ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਿੰਨਾ ਚਿਰ ਬਾਣੀ ਨਹੀਂ ਆਉਂਦੀ।
ਜਦੋਂ ਬਾਣੀ ਆਉਂਦੀ ਹੈ ਚਿੰਤਾ ਉਦੋਂ ਖਤਮ ਹੁੰਦੀ ਹੈ। ਬਾਣੀ ਤੁਲ ਹੈ। ਫਿਰ ਜੀਵ ਨੂੰ ਪਤਾ ਲੱਗ ਜਾਂਦਾ ਕਿ ਭਵ ਸਾਗਰ 'ਚ ਜੇ ਇਧਰੋਂ ਲਹਿਰਾਂ ਉੱਠਦੀਆਂ ਨੇ, ਭਰਮ ਦੀਆਂ, ਮਾਇਆ ਦਾ ਜਾਲ ਪੈਂਦਾ ਤਾਂ ਡਾਇਰੈਕਸ਼ਨ ਘੁਮਾ ਲੈਂਦਾ, ਉਹ ਨਿਕਲ ਜਾਂਦਾ ਇਸ ਭਵ ਸਾਗਰ ਦੇ ਅੰਦਰੋਂ, ਸੋ ਪਾਰ ਚਲੇ ਜਾਂਦਾ। ਫਿਰ ਹੈ ਸ਼ਬਦ ਗੁਰੂ, ਉਹ ਹੈ ਤੁਲਹਾ, ਜਿਹਨੂੰ ਗੁਰਬਾਣੀ ਦੇ ਅੰਦਰ ਆਖਿਆ ਧੰਨ ਧੰਨ ਗੁਰੂ। ਧੰਨ ਹੈ ਗੁਰੂ, ਹੁਕਮ ਸ਼ਬਦ ਮੂਲ, ਗੁਰ ਸਤਿਗੁਰ ਪਾਦਾ। ਜਿਹੜਾ ਗੁਰ ਸਤਿਗੁਰ ਪਾਦਾ ਉਹ ਕੌਣ ਹੈ? ਹੁਕਮੀ ਬੰਦਾ ਗੁਰੂ ਨਾਨਕ ਜੀ, ਕਬੀਰ ਸਾਹਿਬ ਜੀ। ਸੱਚ ਦਾ ਜਾਣਕਾਰ ਉਹ ਹੈ ਸਤਿਗੁਰ, ਉਹ ਹੈ ਪਾਦਾ, ਹੁਕਮ ਵਿੱਚ ਚੱਲਣ ਦੀ ਸਿੱਖਿਆ ਦੇਣ ਵਾਲਾ ਤੇ ਲੈਣ ਵਾਲਾ। ਉਹ ਪਰਮੇਸ਼ਰ ਤੋਂ ਸਿੱਖਿਆ ਲੈ ਰਿਹਾ ਤੇ ਸਾਨੂੰ ਦੇ ਰਿਹਾ। ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਸ਼ਬਦ ਗੁਰੂ ਧੰਨ ਹੈ ਜਿਸ ਨੇ ਮੇਰੇ ਮੂਲ ਆਤਮਿਕ ਗਿਆਨ ਦੇ ਕੇ ਸਤਿਗੁਰ ਨੇ ਹੋਰ ਆਤਮਿਕ ਗਿਆਨ ਨਾਲ ਚੱਲਣ ਵਾਲਿਆਂ ਦਾ ਸੰਗ ਬਖਸ਼ ਦਿੱਤਾ। ਸੋਝੀ ਆ ਗਈ। ਕਈਆਂ ਪਾਂਧਿਆਂ ਨੂੰ ਵੀ ਸਿਆਣੇ ਕੀਤਾ। ਉਸ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ। ਜਿਹੜਾ ਜਿਹੜਾ ਵੀ ਉਸ ਦੇ ਹੁਕਮ ਦੇ ਅੰਦਰ ਚੱਲਦਾ ਉਸ ਨੂੰ ਹੀ ਹੁਕਮ ਭਵ ਸਾਗਰ ਤੋਂ ਪਾਰ ਲੈ ਕੇ ਚਲਾ ਜਾਂਦਾ। ਸੋ ਸਾਡੇ ਕਈ ਵਾਰ ਇਹ ਜਿਹੜੇ ਭੁਲੇਖੇ ਪਏ, ਕੁਝ ਸ਼ਬਦਾਂ ਦੇ ਆਪਾਂ 2-4 ਮਿੰਟਾਂ ਦੇ ਅੰਦਰ ਅੰਦਰ ਉਹਦੀ ਵੀ ਮੈਂ ਵਿਚਾਰ ਕਰੂੰਗਾ। ਜਿਵੇਂ ਗੁਰਬਾਣੀ ਦੇ ਅੰਦਰ ਸ਼ਬਦ ਆਇਆ 161 ਅੰਗ ਦੇ ਉੱਪਰ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਐ ਚੂਕੇ ਸਭ ਸੋਗ ਸੰਤਾਪੇ। ਹੁਣ ਦੇਖੋ ਇਹ ਸ਼ਬਦ ਮਹੱਲਾ ਚੌਥਾ ਭਾਵ ਗੁਰੂ ਰਾਮਦਾਸ ਜੀ ਦਾ। ਵਿਚਾਰਨ ਵਾਲੀ ਗੱਲ ਇਹ ਹੈ ਕਿ ਉਹ ਤਾਂ ਆਪ ਹੀ ਨਾਨਕ ਹਨ। ਸਾਡੀ ਭਾਸ਼ਾ ਅਨੁਸਾਰ ਉਹ ਗੁਰੂ ਹਨ। ਫਿਰ ਉਹ ਕਿਸ ਨੂੰ ਧੰਨ ਧੰਨ ਗੁਰੂ ਆਖਦੇ ਹਨ? ਕਿਉਂਕਿ ਗੁਰਬਾਣੀ ਤਾਂ ਹੁਣ ਉਹ ਆਪ ਲਿਖਦੇ ਆ। ਜਦੋਂ ਆਪਣੇ ਹੱਥ ਨਾਲ ਇਹ ਗੱਲ ਲਿਖਦੇ ਆ ਧੰਨ ਧੰਨ ਗੁਰੂ, ਵੀ ਫਿਰ ਕਿਹੜਾ ਗੁਰੂ ਹੈ? ਜੇ ਤਾਂ ਉਹ ਚੌਥੇ ਪਾਤਸ਼ਾਹ ਨਾਨਕ ਜੀ ਨੂੰ ਗੁਰੂ ਮੰਨਦੇ ਆ, ਪਰ ਚੌਥੇ ਪਾਤਸ਼ਾਹ ਜੀ ਦਾ ਆਪ ਨਾਨਕ ਨੇ। ਇਹ ਫਰਕ ਹੈ, ਬਸ ਇੱਥੇ ਸਮਝਣਾ ਪੈਂਦਾ। ਵਿਚਾਰਨ ਵਾਲੀ ਗੱਲ ਤਾਂ ਇਹੀ ਹੈ ਕਿ ਉਹ ਧੰਨ ਧੰਨ ਗੁਰੂ ਆਖਦੇ ਹਨ, ਜਦ ਕਿ ਬਾਣੀ ਪਰਮੇਸ਼ਰ ਜੀ ਨੇ ਭੇਜੀ ਹੋਈ। ਇਹਨਾਂ ਨੇ ਤਾਂ ਸਿਰਫ ਲਿਖੀ ਹੈ। ਲਿਖਣ ਵੇਲੇ ਇਹ ਬਾਣੀ ਤੋਂ ਗੁਰਬਾਣੀ ਬਣ ਗਈ। ਸੋ ਧੰਨ ਧੰਨ ਗੁਰੂ ਇੱਥੇ ਰੁਕਣਾ। ਨਾਨਕ ਜਨ, ਨਾਨਕ ਜੀ ਜਨ ਨੇ, ਦਾਸ ਨੇ, ਭਗਤ ਨੇ। ਚੌਥੇ ਪਾਤਸ਼ਾਹ ਵੀ ਉਸੇ ਗੁਰੂ ਦੇ ਦਾਸ ਨੇ ਜਿਸ ਦਾ ਦਾਸ ਖੁਦ ਨਾਨਕ ਜੀ ਵੀ ਸਨ। ਆਪ ਨਾਨਕ ਜਨ ਆਖਦੇ ਹਨ। ਜਨ ਹੁੰਦਾ ਦਾਸ, ਸੇਵਕ। ਅਸੀਂ ਅਰਥ 'ਚ ਗਲਤੀ ਕਰ ਗਏ, ਗੁਰਬਾਣੀ ਸਹੀ ਪੜ੍ਹ ਦਿੰਦੇ ਹਾਂ। ਧੰਨ ਧੰਨ ਗੁਰੂ ਨਾਨਕ, ਅਸੀਂ ਇੱਥੇ ਵਿਸ਼ਰਾਮ ਲਾਉਂਦੇ ਹਾਂ, ਜਦ ਕਿ ਵਿਸ਼ਰਾਮ ਲੱਗਣਾ ਧੰਨ ਧੰਨ ਗੁਰੂ। ਲਿਖਣ ਵਾਲਾ ਜਿਹੜਾ ਉਹ ਗੁਰ ਹੈ, ਉਹ ਗੁਰੂ ਰਾਮਦਾਸ ਹੈ। ਅਸਲ ਵਿੱਚ ਇਹ ਸ਼ਬਦ ਅਖੀਰਲੀ ਪੰਕਤੀ 'ਚ ਹੈ। ਉੱਥੇ ਵੀ ਅਰਥ ਇਹੀ ਲਿਖਿਆ ਹੈ, ਹੇ ਨਾਨਕ ਦਾ ਗੁਰੂ ਧੰਨ ਹੈ। ਟੀਕਾਕਾਰ ਨੇ ਇਹੀ ਅਰਥ ਲਿਖਿਆ ਕਿ ਨਾਨਕ ਦਾ ਗੁਰੂ ਧੰਨ ਹੈ, ਜਿਸ ਗੁਰੂ ਨੂੰ ਮਿਲ ਕੇ ਮੇਰੇ ਸਾਰੇ ਸੋਗ ਮਿਟ ਗਏ, ਮੇਰੇ ਸਾਰੇ ਕਲੇਸ਼ ਦੂਰ ਹੋ ਗਏ। ਅਸੀਂ ਫਿਰ ਵੀ ਨਹੀਂ ਸਮਝ ਸਕਦੇ। ਅੰਗ 969 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਹੁਣ ਤਖਤ ਬੈਠਾ ਅਰਜਨ, ਅਰਜਨ ਪੰਜਵੇਂ ਪਾਤਸ਼ਾਹ ਨੇ। ਤਖਤ ਦੇ ਉੱਪਰ ਤਾਂ ਉਹੀ ਬੈਠੇ ਆ, ਤਖਤ ਦੇ ਉੱਪਰ ਉਹੀ ਨੇ, ਪਰ ਗੁਰੂ ਹੈ ਜਿਹੜਾ ਉਹ ਸਾਨੂੰ ਦਿਸਦਾ ਨਹੀਂ। ਅਸਲ ਵਿੱਚ ਉਹ ਆਪ ਇਹ ਗੱਲ ਕਹਿੰਦੇ ਆ ਕਿ ਮੇਰੇ ਹਿਰਦੇ ਦੇ ਉੱਪਰ, ਤਖਤ ਦੇ ਉੱਪਰ ਆ ਕੇ ਗੁਰੂ ਬੈਠ ਗਏ। ਸਤਿਗੁਰ ਕਾ ਖਿਵੇ ਚੰਦੋ ਹੈ। ਹੁਣ ਪੰਜਵੇਂ ਪਾਤਸ਼ਾਹ ਆਪ ਸਤਿਗੁਰ ਨੇ। ਖਿਵੇ ਚੰਦੋਆ, ਉਹਨਾਂ ਦੇ ਮੁੱਖੋਂ ਗੱਲਾਂ ਉਹ ਨਿਕਲਦੀਆਂ ਨੇ ਜਿਹੜੀਆਂ ਕਿਸੇ ਨੂੰ ਪ੍ਰਸੰਨ ਕਰਦੀਆਂ ਨੇ, ਕਿਸੇ ਦੇ ਅੰਦਰ ਖੁਸ਼ੀ ਪੈਦਾ ਕਰਦੀਆਂ ਨੇ, ਕਿਸੇ ਦੀ ਪੱਤ ਢੱਕਦੀਆਂ ਨੇ। ਪਰ ਆਹ ਗੱਲਾਂ ਗੁਰੂ ਕੋਲੋਂ ਲਈਆਂ ਨੇ। ਜਿਵੇਂ 1404 ਅੰਗ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ, ਜੋਤ ਰੂਪ ਹਰ ਆਪ ਗੁਰੂ ਕਹਾਇਓ।
ਜੋਤ ਰੂਪ ਹਰ ਹੈ, ਉਹ ਆਪ ਹੀ ਹੈ। ਗੁਰੂ ਕਹਾਇਓ, ਗੁਰੂ ਨੇ ਉਹ ਤੋਂ ਗੱਲ ਕਹਾਈ ਹੈ, ਕਹਾਉਣ ਵਾਲਾ ਗੁਰੂ ਹੈ। ਅੰਗ 1408 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਇਹਨਾਂ ਸ਼ਬਦਾਂ ਤੋਂ ਤਾਂ ਭੁਲੇਖਾ ਪਿਆ ਕਿ ਇਹ ਸ਼ਬਦ ਸਵਈਆਂ 'ਚ ਲਿਖੇ ਹੋਏ। ਸਾਡੇ ਟੀਕਾਕਾਰਾਂ ਨੇ ਇਹ ਭੁਲੇਖਾ ਖਾ ਲਿਆ ਕਿ ਜਿਹੜੀ ਸਵਈਏ ਲਿਖੇ ਗਏ ਨੇ ਇਹ ਉਹਨਾਂ ਪਾਤਸ਼ਾਹੀਆਂ ਦੀ ਉਸਤਤ ਕੀਤੀ ਗਈ ਹੈ, ਜਦ ਕਿ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਜਿਵੇਂ ਉਹਨਾਂ ਨਾਲ ਘਟਨਾ ਘਟੀ ਸੀ, ਉਹਨਾਂ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੋਇਆ ਸੀ, ਸਾਡੇ ਹਿਰਦੇ 'ਚ ਵੀ ਉਹੀ ਸ਼ਬਦ ਗੁਰੂ ਪ੍ਰਗਟ ਹੈ। ਤਾਂ ਹੀ ਗੁਰਬਾਣੀ ਲਿਖੀ ਉਹਨਾਂ ਨੇ। ਇਹ ਤਾਂ ਹੁਣ ਅਸੀਂ ਆਪਣੇ ਮਨ ਦੇ ਖਿਆਲਾਂ ਕਰਕੇ ਇਹਨੂੰ ਚੇਂਜ ਕਰਤਾ ਜੀ। ਉਹ ਭਗਤਾਂ ਦੀ ਬਾਣੀ ਹੈ, ਇਹ ਗੁਰੂਆਂ ਦੀ ਬਾਣੀ ਹੈ, ਇਹ ਭੱਟਾਂ ਦੀ ਬਾਣੀ ਹੈ, ਇਹ ਸਿੱਖਾਂ ਦੀ ਬਾਣੀ ਹੈ। ਇਹ ਸਾਡੀ ਮਨ ਦੀ ਉਪਜ ਹੈ, ਸੱਚਖੰਡ ਦੀ ਉਪਜ ਨਹੀਂ ਹੈ। ਸੱਚਖੰਡ ਵੱਲੋਂ ਸਾਰੇ ਭਗਤ ਹੀ ਨੇ, ਸੱਚਖੰਡ ਨੇ ਨਹੀਂ ਇੱਕਣ ਕਿਹਾ ਹੋਇਆ। ਇਹ ਤਾਂ ਅਸੀਂ ਆਪਣੇ ਕੋਲੋਂ ਕਿਹਾ ਹੈ। ਇਸੇ ਕਰਕੇ ਤਾਂ ਸਾਨੂੰ ਜਵਾਬ ਦੇਣਾ ਪਊਗਾ। ਉੱਥੇ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਕਿ ਭੱਟਾਂ ਦੀ ਬਾਣੀ। ਇਹ ਤਾਂ ਅਸੀਂ ਕਹਿੰਦੇ ਹਾਂ ਭੱਟਾਂ ਦੇ ਸਵਈਏ, ਪਰ ਗੁਰਬਾਣੀ 'ਚ ਹੈਡਿੰਗ ਤਾਂ ਹੈ ਨਹੀਂਗਾ ਭੱਟਾਂ ਦੇ ਸਵਈਏ। ਸਵਈਏ ਮਹੱਲੇ ਪਹਿਲੇ ਕੇ ਲਿਖਿਆ ਹੈ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਸਵਈਏ ਮਹੱਲੇ ਪੰਜਵੇਂ ਕੇ। ਛੋਟੀ ਗੱਲ ਨੂੰ, ਵੱਡੀ ਗੱਲ ਨੂੰ ਛੋਟੀ ਕਰਕੇ ਦੱਸ ਦੇਣਾ। ਸਵਈਏ ਜਿਹੜੀ ਸਵਾਈ ਗੱਲ ਹੈ, ਬਹੁਤ ਵੱਡੀ ਗੱਲ ਸੀ, ਉਹਨੂੰ ਛੋਟੇ ਅੱਖਰਾਂ 'ਚ ਬਿਆਨ ਕਰਤਾ, ਪਰ ਸਾਡੀ ਸਮਝ 'ਚ ਫਿਰ ਵੀ ਨਹੀਂ ਆਇਆ। ਭੱਟ ਸਾਹਿਬਾਨਾਂ ਨੇ ਲਿਖੇ ਹਨ, ਅਸੀਂ ਕਹਿੰਦੇ ਅਸੀਂ ਉਹਨਾਂ ਨੂੰ, ਭੱਟਾਂ ਨੂੰ ਇਹਨਾਂ ਦੇ ਬਰਾਬਰ ਨਹੀਂ ਮੰਨਦੇ। ਤਾਂ ਹੀ ਫਰਕ ਹੈ ਸਾਡੇ ਵਿੱਚ ਤੇ ਗੁਰਬਾਣੀ ਵਿੱਚ। ਇਸੇ ਕਰਕੇ ਸਾਨੂੰ ਸੋਝੀ ਨਹੀਂ ਆ ਰਹੀ। ਜਦ ਕਿ ਇੱਥੇ ਬਚਨ ਲਿਖਿਆ, ਜਪਿਓ ਜਿਨ ਅਰਜਨ, ਜਿਵੇਂ ਗੁਰ ਅਰਜਨ ਜੀ ਨੇ ਜਪਿਆ। ਉਹਨਾਂ ਨੇ ਜਪਿਆ ਕਿਹਨੂੰ ਹੈ? ਗੁਰੂ ਨੂੰ। ਦੇਵ ਗੁਰੂ, ਜਿਹੜਾ ਦੇਣ ਵਾਲਾ ਕੁਛ। ਦੇਵ ਹੁੰਦਾ ਜਿਹੜਾ ਦੇ ਰਿਹਾ, ਗੁਰਦੇਵ ਜਿਹੜਾ ਗਿਆਨ ਦੀ ਦਾਤ ਦੇਣ ਵਾਲਾ, ਉਹ ਗੁਰੂ ਹੈ। ਜਦੋਂ ਉਸ ਗੁਰੂ ਨੂੰ ਜਪਿਆ, ਉਸ ਗੁਰੂ ਨੇ ਕੀ ਦਿੱਤਾ? ਨਾਮ, ਹੁਕਮ, ਸ਼ਬਦ। ਫਿਰ ਕੀ ਹੋਇਆ? ਫਿਰ ਸੰਕਟ ਜੋਨ ਗਰਭ ਨਾ ਆਇਓ। ਆਇਓ ਪ੍ਰੈਜੈਂਟ ਕਾਲ ਦੇ ਵਿੱਚ ਸ਼ਬਦ ਹੈ। ਅੱਜ ਸਾਡੇ ਨਾਲ ਵੀ ਇਹ ਘਟਨਾ ਘਟ ਸਕਦੀ ਹੈ। ਜੇ ਅਸੀਂ ਵੀ ਗੁਰੂ ਵੱਲੋਂ ਦਿੱਤੇ ਹੋਏ ਹੁਕਮ ਨੂੰ ਜਾਣ ਲਾਂਗੇ, ਉਹਨੂੰ ਜਪਾਂਗੇ, ਤਾਂ ਫਿਰ ਅਸੀਂ ਵੀ ਜਿਹੜਾ ਗਰਭ ਰੂਪੀ ਸੰਕਟ ਹੈ ਉਹ 'ਚ ਨਹੀਂ ਆਵਾਂਗੇ। ਗਰਭ ਦੋ ਨੇ, ਇੱਕ ਮਾਤਾ ਦਾ ਗਰਭ ਹੈ, ਇੱਕ ਆ ਜਿਹੜਾ ਭਵਸਾਗਰ ਹੈ, ਇਹ ਵੀ ਗਰਭ ਹੈ। ਜਬ ਹਮ ਰਾਮ ਗਰਭ ਹੋਏ ਆਏ, ਰਾਮ ਗਰਭ ਵੀ ਹੈ, ਰਾਮ ਵੀ ਗਰਭ 'ਚ ਆਇਆ ਹੋਇਆ। ਰਾਮ ਨੇ ਵੀ ਗਰਭ 'ਚੋਂ ਬਾਹਰ ਨਿਕਲਣਾ, ਜਿਵੇਂ ਮਾਤਾ ਦੇ ਗਰਭ 'ਚੋਂ ਸਰੀਰ ਬਾਹਰ ਨਿਕਲਦਾ, ਇਸੇ ਤਰ੍ਹਾਂ ਜੋਤ ਨੇ ਵੀ ਹੈ ਭਵਸਾਗਰ ਰੂਪੀ ਗਰਭ 'ਚੋਂ ਬਾਹਰ ਨਿਕਲਣਾ। ਭਵਸਾਗਰ ਦੇ ਵਿੱਚੋਂ ਤਾਂ ਨਿਕਲ ਸਕਦੀ ਹੈ ਜੇ ਇਹਦੇ ਕੋਲ ਨਾਮ ਹੋਊਗਾ। ਨਾਮ ਤੋਂ ਬਿਨਾਂ ਨਹੀਂ ਨਿਕਲ ਸਕਦਾ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ, ਪਾਤਸ਼ਾਹ ਕਹਿੰਦੇ ਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸੋ ਇਹ ਗੁਰਬਾਣੀ ਦੇ ਅੰਦਰ ਸਾਨੂੰ ਵਿਚਾਰਨਾ ਚਾਹੀਦਾ ਬੜੀ ਬਰੀਕੀ ਦੇ ਨਾਲ ਕਿ ਅਸਲ ਵਿੱਚ ਗੁਰਬਾਣੀ ਕਹਿੰਦੀ ਕੀ ਨੂੰ ਹੈ। ਆਖੈ ਈਸਰ, ਆਖੈ ਸਿੱਧ। ਸਿੱਧ ਉਹ ਨੇ ਜਿਹੜੇ ਸ਼ੁੱਧ ਪੁਰਸ਼ ਨੇ, ਜਿਨ੍ਹਾਂ ਨੇ ਉਸ ਸੱਚ ਨੂੰ ਜਾਣਿਆ ਹੋਇਆ। ਸੰਸਾਰ ਵਿੱਚ ਸਿੱਧ ਹੋਰ ਨੇ, ਸੰਸਾਰ ਵਿੱਚ ਈਸ਼ਰ ਹੋਰ ਨੇ, ਪਰ ਦਰਗਾਹ ਦੇ ਅੰਦਰ ਈਸ਼ਰ ਉਹ ਹੈ ਜਿਹੜਾ ਸਾਡਾ ਆਪਣਾ ਮੂਲ ਹੈ। ਦਰਗਾਹ ਦੇ ਅੰਦਰ ਸਿੱਧ ਉਹ ਹੈ ਜਿਹੜਾ ਸਾਡਾ ਆਪਣਾ ਮੂਲ ਸ਼ੁੱਧ ਸਰੂਪ ਹੈ। ਆਖੈ ਈਸਰ, ਫਿਰ ਉਹੀ ਗੱਲ ਉਹ ਆਖਦਾ ਜੋ ਸੱਚਖੰਡ ਵੱਲੋਂ ਆਉਂਦੀ ਹੈ। ਆਖੈ ਸਿੱਧ, ਉਹਨਾਂ ਦੀ ਗੱਲ ਬਿਲਕੁਲ ਸ਼ੁੱਧ ਹੁੰਦੀ ਹੈ, ਸੱਚੀ ਹੁੰਦੀ ਹੈ। ਗੁਰਬਾਣੀ ਸੱਚੀ ਹੈ, ਇਸ ਤੋਂ ਬਿਨਾਂ ਸਾਰਾ ਕੁਝ ਝੂਠ ਹੈ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।